पतित उदाहरण पार ब्रह्म समरथ पुरख अपार। जिसै उधारे नानका सो सिमरे सिरजनहार। पतित उदाहरण पार ब्रह्म समरथ पुरख अपार। जिसै उधारे नानका सो सिमरे सिरजनहार। वाहिगुरु जी का खालसा वाहिगुरु जी की फतेह। गुरु प्यारी साध संगत जीओ, लड़ीवार बाणी ਸ਼ਲੋਕ ਵਾਰਾਂ ਤੇ ਵਧੀਕ ਜਿਸ ਦੀ ਆਪਾਂ ਵਿਚਾਰ ਸਾਂਝੀ ਕਰਦੇ ਆ ਰਹੇ ਹਾਂ ਤੇ ਇਸ ਲੜੀ ਦੇ ਤਹਿਤ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ 15 ਨੰਬਰ ਸ਼ਲੋਕ, ਜਿਸ ਦਾ ਪਾਠ ਆਪਾਂ ਬਹੁਤ ਪਿਆਰ ਨਾਲ ਸਰਵਣ ਕੀਤਾ ਹੈ। ਇਹ ਪਾਵਨ ਸ਼ਲੋਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1425 ਦੇ ਉੱਪਰ ਸੁਭਾਈਮਾਨ ਹੈ। ਹਜੂਰ ਨੇ ਇਸ ਪਾਵਨ ਸ਼ਲੋਕ ਦੁਆਰਾ ਵਿਕਾਰਾਂ ਵਿੱਚ ਡਿੱਗੇ ਹੋਏ ਮਨੁੱਖ ਨੂੰ ਬਾਹਰ ਕੱਢਣ ਦੀ ਪ੍ਰੇਰਨਾ ਦਿੱਤੀ ਹੈ ਕਿ ਜਦੋਂ ਮਨੁੱਖ ਵਿਕਾਰਾਂ ਵਿੱਚ ਆਪਣੀ ਜ਼ਿੰਦਗੀ ਨੂੰ ਤਬਾਹ ਕਰ ਲੈਂਦਾ ਹੈ ਤੇ ਉਸ ਜੀਵਨ ਨੂੰ ਬਚਾਉਣ ਦਾ ਕੀ ਤਰੀਕਾ ਹੈ, ਜੀਵਨ ਨੂੰ ਸਚਿਆਰਾ ਬਣਾਉਣ ਦਾ ਕੀ ਰਾਹ ਹੈ, ਸਤਿਗੁਰੂ ਜੀ ਨੇ ਇਸ ਸ਼ਲੋਕ ਵਿੱਚ ਉਹ ਬਿਆਨ ਕੀਤਾ ਹੈ। ਪਤਿਤ ਉਦਾਹਰਣ ਦਾ ਅਰਥ ਹੈ ਵਿਕਾਰਾਂ ਵਿੱਚ ਡਿੱਗਾ ਹੋਇਆ ਮਨੁੱਖ ਜਿਹੜਾ ਹੈ, ਭਾਵ ਗਲਤ ਰਸਤੇ ਪਿਆ ਜਿਹੜਾ ਮਨੁੱਖ ਹੈ। ਪਾਰ ਬ੍ਰਹਮ ਪਰਮਾਤਮਾ ਵਾਹਿਗੁਰੂ ਪਤਤਾਂ ਨੂੰ, ਡਿੱਗਿਆਂ ਹੋਇਆਂ ਨੂੰ ਉਠਾਉਣ ਵਾਲਾ ਹੈ। ਸਮਰੱਥ ਦਾ ਅਰਥ ਹੈ ਸਭ ਤਾਕਤਾਂ ਦਾ ਮਾਲਕ। ਪੁਰਖ ਦਾ ਅਰਥ ਹੈ ਵਿਆਪਕ। ਅਪਾਰ ਦਾ ਅਰਥ ਹੈ ਬੇਅੰਤ। ਵਾਹਿਗੁਰੂ ਪਰਮੇਸ਼ਰ ਦਾ ਜੋ ਨਾਮ ਹੈ, ਭਾਵ ਜੋ ਉਹਦੀ ਹਸਤੀ ਹੈ, ਜੋ ਉਹਦੀ ਹੋਂਦ ਹੈ, ਉਹ ਵਿਕਾਰਾਂ ਵਿੱਚ ਡਿੱਗੇ ਹੋਏ ਨੂੰ ਬਾਹਰ ਕੱਢਣ ਵਾਸਤੇ ਸਹਾਈ ਹੁੰਦੀ ਹੈ। ਜਿਹੜਾ ਮਨੁੱਖ ਡੋਲਦਾ ਹੈ, ਘਬਰਾਉਂਦਾ ਹੈ, ਵਿਸ਼ਿਆਂ ਵਿਕਾਰਾਂ ਵਿੱਚ ਆਪਣੀ ਜ਼ਿੰਦਗੀ ਤਬਾਹ ਕਰ ਲੈਂਦਾ ਹੈ। ਵੇਖੋ, ਪਤਤ ਦੇ ਅਰਥ ਜਦੋਂ ਆਪਾਂ ਸਿੱਖ ਰਹਿਤ ਮਰਿਆਦਾ ਵਿੱਚ ਪੜ੍ਹਦੇ ਹਾਂ ਤਾਂ ਉੱਥੇ ਹੈ ਜਿਹੜੇ ਮਨੁੱਖ ਨੇ ਕੇਸ ਕਤਲ ਕਰਾ ਦਿੱਤੇ, ਉਹ ਪਤਤ ਹੈ। ਧਿਆਨ ਨਾਲ ਸੁਣਿਓ। ਜਦੋਂ ਆਪਾਂ ਸਿੱਖ ਰਹਿਤ ਮਰਿਆਦਾ ਦੀ ਜਦੋਂ ਆਪਾਂ ਉਹਦੇ ਵਿੱਚ ਉਸ ਮੱਦ ਨੂੰ ਪੜ੍ਹਦੇ ਹਾਂ, ਕੇਸਾਂ ਨੂੰ ਕਤਲ ਕਰਾਉਣ ਵਾਲਾ ਪਤਤ ਹੈ। ਆਪਾਂ ਕਹਿੰਦੇ ਪਤਤ ਹੋ ਗਿਆ ਬੰਦਾ, ਕੋਈ ਉਹਦੇ ਕੋਲੋਂ ਕੁਕਰਮ ਹੋ ਗਿਆ ਤਾਂ ਆਪਾਂ ਕਹਿੰਦੇ ਪਤਤ ਹੋ ਗਿਆ ਬੰਦਾ। ਪਰ ਇੱਥੇ ਵੇਖੋ ਕੀ ਸ਼ਬਦ ਵਰਤਿਆ, ਪਤਤ। ਗੁਰਬਾਣੀ ਦੇ ਮੁਤਾਬਕ ਪਤਤ ਪਤਾ ਕੌਣ ਹੈ? ਜੇ ਤੁਹਾਡੇ ਸਾਡੇ ਮਨ ਵਿੱਚ ਮਾੜਾ ਖਿਆਲ ਵੀ ਆ ਗਿਆ ਤੇ ਪਤਤ ਆ। ਸਿੱਖ ਰਹਿਤ ਮਰਿਆਦਾ ਵਿੱਚ ਲਿਖਿਆ ਜਦੋਂ ਤੂੰ ਪਰਤਨਗਾਮੀ ਹੁੰਦਾ ਹੈ, ਪ੍ਰਾਸੰਗ ਕਰ ਲੈਣਾ ਹੈ, ਕੁੱਠਾ ਖਾ ਲੈਣਾ ਹੈ, ਭਾਵ ਤੂੰ ਇਹਨਾਂ ਐਬਾਂ ਵਿੱਚ ਪੈ ਜਾਂਦਾ ਹੈ, ਤੂੰ ਪਤਤ ਹੋ ਜਾਂਦਾ ਹੈ। ਤਾਂ ਇੱਥੇ ਆਖਿਆ ਜੇ ਤੇਰੇ ਮਨ ਦੇ ਵਿੱਚ ਵੀ ਪਰਤਰੈ ਰੂਪ ਨਾ ਪੇਖੋ ਨੇਤਰ ਵਾਲੀ ਗੱਲ ਹੈ ਵੀ ਜੇ ਮਾੜਾ ਜਿਹਾ ਮਨ ਵਿੱਚ ਖਿਆਲ ਵੀ ਆ ਗਿਆ ਤੇਰੇ ਦਿਮਾਗ ਵਿੱਚ ਤਾਂ ਤੂੰ ਪਤਤ ਹੋ ਗਿਆ। ਭਾਵ ਪਤਤਾਂ ਨੂੰ, ਡਿੱਗਿਆਂ ਹੋਇਆਂ ਨੂੰ ਗੁਰੂ ਪਰਮੇਸ਼ਰ ਦਾ ਨਾਮ ਬਾਹਰ ਕੱਢਣ ਵਿੱਚ ਮਦਦ ਕਰਦਾ, ਸਹਾਈ ਹੁੰਦਾ ਹੈ। ਪਤਤ ਉਦਾਹਰਣ ਪਾਰ ਬ੍ਰਹਮ ਸਮਰੱਥ ਪੁਰਖ ਅਪਾਰ। ਉਹ ਸਭ ਤਾਕਤਾਂ ਦਾ ਮਾਲਕ, ਸਾਨੂੰ ਵਿਕਾਰਾਂ ਵਾਲੇ ਜੀਵਨ। ਵੇਖੋ, ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਕਿੰਨਾ ਉਪਦੇਸ਼ ਸਾਨੂੰ ਬਖਸ਼ਿਸ਼ ਕੀਤਾ। ਬਾਰ-ਬਾਰ ਦੇਖੋ, ਸਾਰੀ ਖੇਡ ਤੇ ਆਪਣੀ ਆਪਾਂ ਕਹਿੰਦੇ ਮੈਨੂੰ ਉਹਨੇ ਤੰਗ ਕੀਤਾ, ਉਹਨੇ ਤੰਗ ਕੀਤਾ। ਗੁਰੂ ਗ੍ਰੰਥ ਸਾਹਿਬ ਵਿੱਚ ਸੈਂਕੜੇ ਸ਼ਬਦ ਨੇ ਜਿਨ੍ਹਾਂ ਵਿੱਚ ਇਹਨਾਂ ਪੰਜਾਂ ਵਿਕਾਰਾਂ ਦੀ ਗੱਲ ਕੀਤੀ। ਸਭ ਤੋਂ ਵੱਡੇ ਮਨੁੱਖ ਦੇ ਦੁਸ਼ਮਣ ਇਹ ਨੇ ਜਿਨ੍ਹਾਂ ਨੂੰ ਮਨੁੱਖ ਆਪਣੀ ਜ਼ਿੰਦਗੀ 'ਚ ਮਿੱਤਰ ਬਣਾ ਕੇ ਬੈਠਾ ਹੈ। ਇਹਨੂੰ ਬਾਣੀ 'ਚ ਜੰਮ ਆਖਿਆ, ਇਹਨਾਂ ਨੂੰ ਮਨੁੱਖ ਦੇ ਦੁਸ਼ਮਣ ਆਖਿਆ ਸਭ ਤੋਂ ਵੱਡੇ। ਪਰ ਅਜੇ ਤੱਕ ਇਹਨੂੰ ਆਪਣੇ ਦੁਸ਼ਮਣਾਂ ਦੀ ਪਹਿਚਾਣ ਹੀ ਨਹੀਂ ਵੀ ਇਹ ਮੇਰੇ ਸਭ ਤੋਂ ਵੱਡੇ ਦੁਸ਼ਮਣ ਨੇ। ਨਾਨਕ ਕਾਮ ਕ੍ਰੋਧ ਕਿਨੇ ਨਾ ਪਾਇਓ, ਪੁੱਛੋ ਗਿਆਨੀਆਂ ਜਾਏ। ਕਾਮ ਕ੍ਰੋਧ ਦੇ ਪ੍ਰਭਾਵ ਹੇਠ ਰਹਿ ਕੇ ਕਿਸੇ ਨੇ ਵੀ ਅੱਜ ਤੱਕ ਸੱਚ ਦੀ ਪ੍ਰਾਪਤੀ ਨਹੀਂ ਕੀਤੀ। ਇਹ ਕਿਸੇ ਵਿਵੇਕੀ ਨੂੰ ਜਾ ਕਿਸੇ ਸਿਆਣੇ ਨੂੰ ਪੁੱਛ ਕੇ ਵੇਖ ਲਓ। ਰੇ ਮਨ ਡੀਗ ਨਾ ਡੋਲੀਏ, ਸਿੱਧੇ ਮਾਰਗ ਧਾਓ। ਪਾਛੇ ਬਾਗ ਡਰਾਵਣ ਆਗੇ ਅਗਨ ਤਲਾਓ। ਡਗਮਗ ਛਾੜ ਰੇ ਮਨ ਬੋਰਾ। ਮਨ ਦੀ ਡਾਵਾਂ ਡੋਲ ਹਾਲਤ ਕਦੋਂ ਹੁੰਦੀ ਹੈ? ਜਦੋਂ ਮਨੁੱਖ ਗਲਤ ਰਸਤੇ ਪੈਂਦਾ ਹੈ। ਅਬ ਤੋਂ ਜਰੇ ਮਰੇ ਸਿੱਧ ਪਾਈਏ ਲੀਨੋ ਆਤ ਸੰਧੌਰਾ। ਮਨ ਰੇ ਛਾਡੋ ਭਰਮ,
प्रगट होए नाचो। या माया के डांडे, आ जिहड़े तू काम करदा पिया ये सब माया के डन भरन वाले आ। सती के सन्मुख, वो सती काहदी आ जिहड़ी मਰਨ चली होवे ते कहे मेरे अजे घर बर्तन खिलरे पे ने। सती के सांचे भंड है। वो सूरमा काहदा जिहड़ा मैदानी जंग विच दुश्मन वेख के ते पिछां मुड़ आवे। मन रे छाडो भरम प्रगट होए नाचो, या माया के डांडे सूर के सन्मुख। वो सूरमा काहदा जिहड़ा सामने दुश्मन वेख के ते वापस मुड़ आवे। वो सती औरत काहदी आ जिहड़ी कहे कि मैं पिछों पहला बर्तन साफ करां, मेरे घर च खलारा पिया। सती के सांचे भंड है। काम क्रोध माया के लीने, दुनिया के लोग काम क्रोध लीन होए पे ने। यह विद जगत बिगुता, जगत इन्हां दोनों विच इंज कह लो जिवें आटे च पानी पे तो गुन्निया पिया हुंदा ना, इदां जगत इहदे विच गुझा पिया, एकमिक होया पिया। यह विद जगत बिगुता, कह कबीर राजा राम न छोड़ो सगल ऊच ते ऊचा। पर मैं उस राम का पल्ला, उस मालक वैगुरू का पल्ला नहीं छड्डांगा जिहड़ा सब तो उच्चियां तो उच्चा है। जो बाणी च गुर पूरे मेरी राख लई शब्द वरतिया ना, उसका अर्थ ही ये आ मेरे पूरे गुरु ने मैनू बचा लिया, रख लिया बुरियां रस्तियां तो, रोक लिया मैनू। पतत उदाहरण पार ब्रह्म समर्थ पुरख अपार। गुर पूरे मेरी राख लई, अमृत नाम हृदय में दीनो। अमृत वर्गी सिक्ख्या मेरे हृदय विच टिकाती। जन्म जन्म की मैल गई, हुण मेरे अंदरों मैल चली गई। हुण मैं जदों पुट्ठा काम करदा ही नहीं, गलत काम करदा ही नहीं, गलत ख्याल आउंदा ही नहीं, तो मैल अंदर कित्थों होनी सी। निवरे दूत दूत दुष्ट बैराई, गुरपूरे का जपिया जाप। ਜਦੋਂ ਦਾ मैं गुरु पूरे का जाप जपिया, गुरु पूरे का ओट आसरा लिया, हुण ਉਹਦੇ प्रताप सामने इन्हां दी पेश कितों चलनी। गुरपूरे का जपिया जाप, कहा करे कोई बेचारा। इन्हां दी हुण ਉਹਦੇ सामने पेश कितों चल जू। भरा मेरे का बड़ प्रताप, हुण मेरे मालक का प्रताप ही एडा बड़ा। सिमर 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 सुख पाया, चरण कमल रख मन माही। हुण मैं सिमर सिमर के याद कर करके बार बार इस चीज़ को अपने अंदर पक्का करके मैं हुण इन्हां दे चुंगल च फसदा ही नहीं। वाहिगुरू परमेश्वर का नाम पततां नूं पावन करन दी ताकत रखदा है, समर्थ पुरख अपार। हुण गुरबाणी विच बार बार वेखो ये शब्द क्यों वरते ने कि असीं अपनी जिंदगी कोई बंदा किन्ना पाठ करता है, किन्ना गुरुद्वारे जाता है, किन्नी बाणी पढ़ता, ये वेख्या जाना उन्हें अपनी जिंदगी चो बुरे काम किन्ने घटाए ने ते चंगे कामां दी गिणती किन्नी वधाई है। गुरु साहब जी ने गल बार बार आखी। जिवें आपां फसल दे विचों नदीन पुट के बाहर सुट्टदे हां, ਉਹਦਾ मतलब ये होंदा नदीन पुट्टोगे तो फसल प्रफुल्लित होएगी। जिन्ना तुसीं पानी देना फसल नूं, जिन्नी तुसीं खाद पाउणी है, जो तुसीं उहनूं दवाई देनी है, वो सारी फसल नूं तां लगेगी जे ਉਹਦੇ ਵਿੱਚੋਂ नदीन पट्टोगे तो। जे नदीन नहीं पट्टोगे, जिन्ना तुसीं पानी देना, जिन्नी तुसीं ਉਹਨੂੰ खाद पाउणी है, जां जिन्नी भी तुसीं ਉਹਨੂੰ ਉਹਦੇ वास्ते दवाई लैके आउणी है, सारी तो नदीन नूं लग जानी है। अपनी जिंदगी विच मनुखा हे भाई तू अपनी जिंदगी च गुणां की गिनती वधाई जा, तो अवगुणां की गिनती अपने आप तेरी जिंदगी चों घटदी जानी है। रोज़ स्वै पड़चोड़ करनी, जन नानक बिन आपा चीने मिटे ना भरम की काई। बंदे खोज दिल हर रोज ना फिर परेशानी माहे। ये जो दुनिया शेर मेरा दस्तगिरी ना, हाथ च आउण वाला कुछ भी नहीं हैगा, जादू की नगरी है सारी। तू इन्हां दे इशारियां दे अपनी जिंदगी तबाह करी जा रहे हैं। तो गुरु साहब जी ने ये उपदेश सानू बार बार बख्ताए। आखिर काम क्रोध नगर बहु भरिया, ये काम क्रोध नाल आ नगर भरिया पिया ना, मिल साधु खंडल खंडा है। गुरु नूं मिल के नगर साफ कर ला, इन्हें तेरे शहर च गंद पाता। गुर का शब्द रखवारे, चौकी चौगरद हमारे। चौंकियां होंदियां ना पुराने, आपां वेखदे हां थाणियां जदों ये पहिलां आपां कहने भी एक थाना है, थाने तो बाद चौंकियां। चौंकी उस इलाके च खोली जाती जिथे क्राइम ज़्यादा होवे, भी बार बार लोगों को थाने वाले बने ना भजाउण। थाने का एरिया काफ़ी खुला हुंदा, पर चौंकी उस इलाके च लाउणी पैंदी जिथे क्राइम वध होवे। आपां कहने भी चौंकी इत्थे पुलिस की चौंकी लाती पक्की भाई, भी रात नूं गश्त करदी है पुलिस। हुण किसी शहर में क्राइम होवे तो पुलिस की चौंकी लगती है, इत्थे क्राइम होवेगा तो इत्थे चौंकी काहदी लगनी, शब्द की चौंकी। चौकी चौकी पाने, चौकी चौगरद हमारे। राम नाम मन लागा, हुण मेरा सच नाम मन लग गया। गुर का शब्द रखवारे चौकी। हुण गुरु का शब्द मेरी रखिया करता है, भाव गुरु की सिक्ख्या जीवन च वसन नाल हुण मैं अपनी राखी खुद आप करन लग पिया हाँ।
ਜਿਹੜਾ ਬਾਣੀ 'ਚ ਨਾਮ ਜਪਣ ਦੀ ਗੱਲ ਆਉਂਦੀ ਹੈ, ਪਰਮੇਸ਼ਰ ਦੇ ਸਿਮਰਨ ਦੀ ਗੱਲ ਆਉਂਦੀ ਹੈ, ਉਹਦਾ ਮਤਲਬ ਹੀ ਹੈ ਕਿ ਮੈਂ ਡਿੱਗਿਆ ਹੋਇਆ ਸੀ, ਮੈਨੂੰ ਡਿੱਗੇ ਹੋਏ ਨੂੰ ਗੁਰੂ ਦੀ ਬਾਣੀ, ਗੁਰੂ ਦੀ ਪਿਆਰੀ ਸਿੱਖਿਆ ਬਾਹਰ ਕੱਢਣ ਵਿੱਚ ਮੇਰੀ ਸਹਾਈ ਹੁੰਦੀ ਹੈ। ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ। ਜਿਵੇਂ ਦੁਨੀਆ ਦੇ तमाम ਪਰਬਤਾਂ ਵਿੱਚੋਂ ਸੁਮੇਰ ਪਰਬਤ ਵੱਡਾ ਹੈ, ਹੇ ਮੇਰੇ ਮਾਲਕ ਜੀ, ਇੱਦਾਂ ਹੀ ਮੇਰੇ ਵਾਸਤੇ ਤੁਸੀਂ ਸਾਰੀਆਂ ਤਾਕਤਾਂ ਵਿੱਚੋਂ ਮੇਨ ਤਾਕਤ ਤੁਸੀਂ ਮੇਰੇ ਵਾਸਤੇ ਹੋ। ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ। ਹੁਣ ਮੈਨੂੰ ਪੱਕਾ ਯਕੀਨ, ਨਾ ਤੁਮ ਡੋਲੋ ਨਾ ਹਮ ਗਿਰਤੇ, ਪਤਤ, ਨਾ ਮੈਂ ਡਿੱਗਣਾ ਹੈ। ਰੱਖ ਲਈ ਨਹੀਂ ਹਰ ਮੇਰੀ, ਮੇਰੀ ਤੂੰ ਹੀ ਰੱਖ ਲਈ। ਅਬ ਤਬ ਜਬ ਕਬ ਤੂੰ ਹੀ, ਹਮ ਤੋ ਪ੍ਰਸਾਦ ਸੁਖੀ ਸਦ ਹੀ। ਹੁਣ ਪਹਿਲਾਂ, ਹੁਣ, ਅੱਗੇ, ਹਰ ਸਮੇਂ ਅਬ ਤਬ ਜਬ ਕਬ ਤੂੰ ਹੀ, ਹਮ ਤੋ ਪ੍ਰਸਾਦ, ਤੁਹਾਡੇ ਪ੍ਰਸਾਦ ਸਦਕਾ, ਤੁਹਾਡੀ ਕਿਰਪਾ ਸਦਕਾ ਸੁਖੀ ਸਦ ਹੀ। ਜੇ ਅੱਜ ਮੈਂ ਸਦਾ ਸੁਖੀ ਹਾਂ ਤੇ ਤੁਹਾਡੀ ਕਿਰਪਾ ਸਦਕਾ, ਤੁਹਾਡੀ ਰਹਿਮਤ, ਤੁਹਾਡੀ ਮਿਹਰ ਸਦਕਾ ਕਿ ਤੁਸੀਂ ਮੈਨੂੰ ਪਤਤ ਹੋਣ ਤੋਂ ਬਚਾ ਲਿਆ। ਪਤਤ ਉਦਾਹਰਨ, ਪਤਤਾਂ ਨੂੰ ਉਦਾਹਰਨ ਵਾਲਾ, ਜਿਹੜੇ ਵਕਾਰਾਂ 'ਚ ਡਿੱਗੇ ਸੀ ਨਾ, ਉਹਨਾਂ ਨੂੰ ਬਾਹਰ ਕੱਢਣ ਵਾਲਾ ਗੁਰੂ ਦਾ ਸ਼ਬਦ, ਗੁਰੂ ਦੀ ਸਿੱਖਿਆ, ਪਾਰ ਬ੍ਰਹਮ, ਉਹਦਾ ਨਾਮ, ਸਮਰੱਥ ਪੁਰਖ ਅਪਾਰ, ਜਿਹੜਾ ਸਰਵ ਵਿਆਪਕ ਹੈ। ਤੋ ਗੁਰੂ ਪਰਮੇਸ਼ਰ ਨਾਲ ਜੁੜਨ ਦਾ ਅਰਥ ਕੀ ਹੈ? ਬਾਣੀ ਪੜ੍ਹਨ ਵਿਚਾਰਨ ਦਾ ਮੀਨਿੰਗ ਕੀ ਸੀ? ਕਿ ਆਪਣੀ ਜ਼ਿੰਦਗੀ ਵਿੱਚ ਰੋਜ਼ ਗੁਰੂ ਦਾ ਉਪਦੇਸ਼ ਲੈ ਕੇ ਆ, ਰੋਜ਼ ਆਪਣੇ ਆਪ ਨਾਲ ਜੋੜ ਘਟਾਓ ਕਰ। ਕਈ ਪੁੱਛਦੇ ਆ, ਇੱਕੇ ਵਾਰੀ ਮੈਂ ਬਾਣੀ ਪੜ੍ਹ ਲਵਾਂ, ਇੱਕੇ ਵਾਰੀ ਮੈਂ ਪਾਠ ਕਰ ਲਵਾਂ, ਰੋਜ਼ ਰੋਜ਼ ਕਰਨ ਦੀ ਕੀ ਲੋੜ ਹੈ? ਉਹਨਾਂ ਨੂੰ ਇਹਦਾ ਜਵਾਬ ਹੈ, ਖਾਣਾ ਇੱਕੇ ਵਾਰੀ ਖਾ ਲਓ, ਰੋਜ਼ ਖਾਣਾ ਪੈਂਦਾ ਹੈ, ਸਗੋਂ 2-2 ਵਾਰ 3-3 ਵਾਰ ਖਾਣਾ ਪੈਂਦਾ ਹੈ। ਇੱਕੇ ਵਾਰੀ ਘਰ ਦੀ ਸਫਾਈ ਕਰ ਲਓ, ਨਹੀਂ ਹੋ ਸਕਦੀ ਨਾ। ਤੁਸੀਂ ਕੋਈ ਹੁਨਰ ਸਿੱਖਦੇ ਹੋ, ਉਹਦੀ ਵੀ ਪ੍ਰੈਕਟਿਸ ਰੋਜ਼ ਕਰਨੀ ਪੈਂਦੀ ਕਿ ਨਹੀਂ ਕਰਨੀ ਪੈਂਦੀ? ਤੁਸੀਂ ਕੀਰਤਨ ਸਿੱਖਿਆ ਹੋਵੇ, ਤੁਸੀਂ ਕਹੋ ਜੀ ਹੁਣ ਇੱਕੇ ਵਾਰੀ ਸਿੱਖ ਲਿਆ, ਹੁਣ ਲੋੜ ਹੀ ਨਹੀਂ ਹਾਰਮੋਨੀਅਮ ਚੱਕਣ ਦੀ, ਉਹਦੀ ਵੀ ਪ੍ਰੈਕਟਿਸ। ਕੁਝ ਤੁਸੀਂ ਵੇਖਿਆ ਜਦੋਂ ਨਵੇਂ ਰਾਗੀ ਜਿੱਥੇ ਕੀਰਤਨ ਕਰਦੇ ਆ, ਉਹਨਾਂ ਨੂੰ ਗੁਰਦੁਆਰੇ ਜਾਣ ਤੋਂ ਪਹਿਲਾਂ ਆਪਣੇ ਰੂਮ 'ਚ ਜਾ ਕੇ ਅਭਿਆਸ ਕਰਨਾ ਪੈਂਦਾ। ਢਾਡੀ ਜਦੋਂ ਜਥੇ ਵਾਰਾਂ ਲਾਉਂਦੇ ਆ ਨਾ, ਉਹ ਜਦੋਂ ਨਵੇਂ ਇਸ ਬੰਨੇ ਤੁਰਦੇ ਆ ਤਾਂ ਉਹਨਾਂ ਨੂੰ ਆਪਣੇ ਕਮਰਿਆਂ ਵਿੱਚ ਹੀ ਇੱਕ ਵਾਰੀ ਸਾਜ਼ ਸੁਰ ਕਰਨੇ ਪੈਂਦੇ, ਅਭਿਆਸ ਕਰਨਾ ਪੈਂਦਾ, ਜਾ ਕੇ ਪ੍ਰਸੰਗ ਸੁਣਾਉਣਾ ਹੈ। ਉਹ ਜਿਹੜੇ ਜ਼ਿਆਦਾ ਹੀ ਫਿਰ ਪ੍ਰੈਕਟਿਸ ਹੋ ਕੇ ਉਹਨਾਂ ਦੇ ਅੰਦਰ ਗੱਲ ਵੱਜ ਜਾਂਦੀ, ਉਹਨਾਂ ਨੂੰ ਫਿਰ ਜ਼ਿਆਦਾ ਲੋੜ ਨਹੀਂ ਪੈਂਦੀ। ਪਰ ਫਿਰ ਉਹਨਾਂ ਨੂੰ ਵੀ ਭਾਵੇਂ ਉੱਥੇ ਨਹੀਂ ਕਰਨ ਤੇ ਘਰ ਅਭਿਆਸ ਕਰਕੇ ਆਉਣਗੇ, ਪਰ ਅਭਿਆਸ ਜ਼ਰੂਰੀ ਹੈ, ਪ੍ਰੈਕਟਿਸ ਜ਼ਰੂਰੀ ਹੈ। ਬੱਚੇ ਨੇ ਐਗਜ਼ਾਮ ਸਵੇਰੇ ਦੇਣਾ ਹੋਵੇ ਤੇ ਮਾਂ-ਬਾਪ ਘਰ ਕੇ ਪੁੱਤਰ, ਜਿੰਨਾ ਮਰਜ਼ੀ ਬੱਚਾ ਕਵੇ ਮੈਨੂੰ ਆਉਂਦਾ ਹੈ, ਪਰ ਪੁੱਤਰ ਅਭਿਆਸ ਬਹੁਤ ਜ਼ਰੂਰੀ ਹੈ। ਕਿਉਂਕਿ ਬਿਖ ਵਿਦਿਆ ਅਭਿਆਸ ਬਿਨ ਭੋਜਨ ਗਰ ਲਗਾਏ। ਅਭਿਆਸ ਤੋਂ ਬਿਨਾਂ ਵਿਦਿਆ ਜ਼ਹਿਰ ਬਣ ਜਾਂਦੀ ਹੈ ਤੇ ਖਾਧੇ ਉੱਤੇ ਖਾਣਾ ਜ਼ਹਿਰ ਬਣਦਾ। ਬਿਖ ਦਾ ਅਰਥ ਯਾਰ, ਬਿਖ ਵਿਦਿਆ ਅਭਿਆਸ ਬਿਨ, ਬਿਖ ਬਣ ਜਾਂਦੀ ਹੈ ਵਿਦਿਆ। ਦੁਨੀਆ ਦਾ ਕੋਈ ਵੀ ਹੁਨਰ, ਦੁਨੀਆ ਦੀ ਕੋਈ ਵੀ ਐਜੂਕੇਸ਼ਨ, ਦੁਨੀਆ ਦੀ ਕੋਈ ਵੀ ਕਲਾ ਬਿਨਾਂ ਅਭਿਆਸ ਤੋਂ ਜ਼ਹਿਰ ਬਣੇਗੀ। ਕਿੱਦਾਂ ਭਲਾ? ਮੰਨ ਲਓ ਤੁਹਾਨੂੰ ਕੋਈ ਹੁਨਰ ਆਉਂਦਾ ਹੈ, ਤੁਹਾਡੇ ਕੋਲ ਕੋਈ ਕਲਾ ਹੈ, ਤੁਸੀਂ ਇੱਕ ਵਾਰੀ ਸਿੱਖ ਲਈ, ਬਾਅਦ 'ਚ ਪ੍ਰੈਕਟਿਸ ਨਹੀਂ ਕੀਤੀ, ਤੇ ਤੁਸੀਂ ਇੱਕ ਵਾਰ ਕਹਿੰਦੇ ਹੋ ਵੀ ਮੈਨੂੰ ਤਾਂ ਆਉਂਦਾ ਹੈ, ਮੈਨੂੰ ਤਾਂ ਕੰਪਿਊਟਰ ਆਉਂਦਾ ਹੈ, ਮੈਨੂੰ ਤਾਂ ਲੈਪਟਾਪ ਆਉਂਦਾ ਹੈ, ਮੈਨੂੰ ਤਾਂ ਫਲਾਣੀ ਲੈਂਗੁਏਜ ਆਉਂਦੀ ਹੈ, ਪਰ ਤੁਸੀਂ 3, 4, 5, 7 ਸਾਲ ਅਭਿਆਸ ਕੀਤਾ ਹੀ ਨਹੀਂ, ਜ਼ਹਿਰ ਤਾਂ ਬਣ ਗਈ ਨਾ ਤੁਹਾਡੇ ਦਿਮਾਗ 'ਚ। ਕੀ ਮੈਨੂੰ ਆਉਂਦਾ ਹੈ, ਅਗਲੇ ਕਹਿਣਾ ਲਿਆ ਸੁਣਾ, ਉਦੋਂ ਭੁੱਲ ਜਾਣੀ ਹੈ ਕਿਉਂਕਿ ਮੈਂ ਅਭਿਆਸ ਨਹੀਂ ਕੀਤਾ। ਪਰ ਦਿਮਾਗ 'ਚ ਜ਼ਹਿਰ ਤੇ ਬਣਾਤਾ ਨਾ ਉਹਨੇ ਕਿ ਮੇਰੇ ਵਰਗਾ ਤੇ ਗਿਆਨੀ ਕੋਈ ਨਹੀਂ, ਮੇਰੇ ਵਰਗਾ ਤੇ ਫਲਾਣੀ ਲੈਂਗੁਏਜ ਬੋਲਣ ਵਾਲਾ ਕੋਈ ਨਹੀਂ। ਜਿਵੇਂ ਬੱਚਾ ਕਹੇ ਮੈਨੂੰ ਤਾਂ ਸਾਰਾ ਕੁਝ ਆਉਂਦਾ ਜੀ, ਪਰ ਅਭਿਆਸ ਕਰਨਾ ਪੈਂਦਾ। ਸਵੇਰੇ ਐਗਜ਼ਾਮ ਹੋਵੇ ਨਾ, ਰਾਤ ਤੱਕ, ਕਈ ਵੇਖਿਆ ਨਾ ਬੱਚੇ ਬੱਸ ਵਿੱਚ ਵੀ ਆਪਣੇ ਕਾਲਜ ਤੱਕ ਪੜ੍ਹਦੇ ਜਾਣਗੇ, ਅਭਿਆਸ ਕਰਦੇ ਹੋ। ਉਹਨਾਂ ਨੂੰ ਪਤਾ, ਉਹਨਾਂ ਨੂੰ ਉਸ ਇੱਕ ਅੱਖਰ, ਉਹ ਇੱਕ ਸਮੇਂ ਦਾ ਉਹਨਾਂ ਨੂੰ ਪਤਾ ਹੈ। ਉਹੀ ਕਾਮਯਾਬੀਆਂ, ਉਹੀ ਫਿਰ ਮੰਜ਼ਿਲਾਂ ਨੂੰ ਸਰ ਕਰਦੇ ਆ। ਬਿਖ ਵਿਦਿਆ ਅਭਿਆਸ ਬਿਨ ਭੋਜਨ ਗਰਲ ਅਗਾਏ, ਹੈ ਤੇ ਕਿਸੇ ਕਵੀ ਦੀ ਪਰ ਬਾਕਮਾਲ ਲੈਣ ਹੈ। ਬਿਖ ਵਿਦਿਆ ਅਭਿਆਸ ਬਿਨ ਭੋਜਨ ਗਰਲ ਅਗਾਏ। ਭੋਜਨ ਗਰਲ ਅਗਾਏ ਦਾ ਮੀਨਿੰਗ ਹੈ ਖਾਧੇ ਉੱਤੇ। ਤੁਸੀਂ ਖਾਣਾ ਖਾ ਕੇ ਬੈਠੇ ਹੋ ਤੇ ਕੋਈ ਵਿਅਕਤੀ ਤੁਹਾਨੂੰ ਕਹੇ ਜੀ ਹੋਰ ਖਾ ਲਓ, ਤੁਸੀਂ ਖਾਧੇ ਉੱਤੇ ਖਾਓਗੇ ਤੇ ਜ਼ਹਿਰ ਬਣੇਗਾ ਨਾ। ਇਹਦੇ 2 ਅਰਥ ਬਣਦੇ, ਬਿਖ ਭੋਜਨ ਗਰਲ ਅਗਾਏ, ਵੀ ਬਿਨਾਂ ਚੱਥਣ ਤੋਂ ਖਾਧਾ ਹੋਇਆ ਵੀ ਜ਼ਹਿਰ ਬਣਦਾ, ਤੇ ਖਾਧੇ ਉੱਤੇ ਹੋਰ ਖਾਣਾ ਖਾ ਲਓ ਤਾਂ ਵੀ ਜ਼ਹਿਰ ਬਣਦਾ। ਹੁਣ ਤੁਸੀਂ ਕਹੇਗਾ ਬਿਨਾਂ ਚੱਥਣ ਤੋਂ ਖਾਣਾ ਮਿੰਟੋ ਮਿੰਟੀ ਖਾ ਲੈਣਾ, ਉਹ ਵੀ ਜ਼ਹਿਰ ਬਣਦਾ ਤੁਹਾਡੇ ਅੰਦਰ, ਕਿਉਂਕਿ ਤੁਹਾਡੀ ਅੰਦਰ ਪ੍ਰੋਬਲਮ ਖੜੀ ਹੋਏਗੀ, ਤੁਹਾਨੂੰ ਹਜਮ ਨਹੀਂ ਹੋਏਗਾ ਛੇਤੀ। ਤੇ ਜੇ ਤੁਸੀਂ ਖਾਣਾ ਹੁਣੇ ਖਾ ਕੇ ਹਟੇ ਜੇ, ਤੁਹਾਨੂੰ ਕਿਸੇ ਨੇ ਫੇਰ ਕਿਹਾ ਬੜਾ ਸਵਾਦ ਹੈ ਜੀ, ਖਾ ਲਓ, ਕੁਝ ਨਹੀਂ ਹੁੰਦਾ। ਹੋਣਾ ਤਾਂ ਕੁਝ ਨਹੀਂ ਹੈ, ਤਕਲੀਫ ਤਾਂ ਉਹਨੂੰ ਹੋਣੀ ਹੈ, ਕਿਉਂਕਿ ਅੰਦਰ ਜਿੰਨੀ ਕਿ ਤੁਹਾਡੀ ਕਪੈਸਿਟੀ ਹੈਗੀ ਹੈ, ਤੁਸੀਂ ਉਨਾ ਕੁ ਪਹੁੰਚਾ ਸਕਦੇ ਸੀ, ਪਰ ਤੁਸੀਂ ਓਵਰ ਕਰ ਲਿਆ ਤਾਂ ਨੁਕਸਾਨ ਹੋਏਗਾ ਨਾ। ਤਾਂ ਇੱਦਾਂ ਹੀ ਆਪਣੀ ਜ਼ਿੰਦਗੀ ਦੇ ਵਿੱਚ ਪਿਆਰਿਓ, ਗੁਰੂ ਪਾਤਸ਼ਾਹ ਦੀ ਬਾਣੀ ਇਹ ਸਿੱਖਿਆ ਦਿੰਦੀ ਹੈ ਕਿ ਆਪਣੀ ਜ਼ਿੰਦਗੀ ਨੂੰ ਵਧੀਆ ਬਣਾਉਣ ਵਾਸਤੇ, ਆਪਣੀ ਜ਼ਿੰਦਗੀ ਨੂੰ ਕਾਮਯਾਬ ਕਰਨ ਵਾਸਤੇ
ਪ੍ਰੈਕਟਿਸ ਅਭਿਆਸ ਗੁਣਾਂ ਦੀ ਵਿਚਾਰ ਬਹੁਤ ਜ਼ਰੂਰੀ ਹੈ। ਜਿਹੜੇ ਕਹਿੰਦੇ ਨੇ ਇੱਕੇ ਵਾਰੀ ਮੈਂ ਸਾਰਾ ਕੁਝ ਕਰ ਲਵਾਂ, ਨਹੀਂ ਭਾਈ, ਰੋਜ਼ ਜ਼ਰੂਰੀ ਹੈ। ਜਿਵੇਂ ਘਰ ਦੀ ਸਫਾਈ, ਹੁਣ ਆਪਾਂ ਘਰ ਦੀ ਸਫਾਈ ਹੈ 30 ਦਿਨ ਆ, ਤੇ 30 ਦਿਨ ਹੀ ਸਫਾਈ ਕਰਨੀ ਪੈਂਦੀ। ਹੁਣ ਜਿਸ ਘਰ ਵਿੱਚ ਬੱਚੇ ਹੋਣ, ਆਵਾਜਾਈ ਹੋਵੇ, ਉਸ ਘਰ ਵਿੱਚ ਤਾਂ ਕਈ ਵਾਰੀ 2-2 ਵਾਰ ਝਾੜੂ ਪੋਚੇ ਲਾਉਣੇ ਪੈਂਦੇ ਬੀਬੀਆਂ ਨੂੰ। ਅਜੇ ਜਿਸ ਘਰ ਵਿੱਚ ਕੋਈ 2 ਹੀ ਜਾਣੇ ਰਹਿੰਦੇ ਆ, 2 ਜੀ ਰਹਿੰਦੇ ਆ, ਉਹ ਕਹਿੰਦੇ ਜੀ ਅਸੀਂ ਹਫ਼ਤੇ ਬਾਅਦ ਸਫਾਈ ਕਰਦੇ। ਹੁਣ ਬਾਹਰਲੀਆਂ ਕੰਟਰੀਆਂ 'ਚ ਮੈਂ ਵੇਖਿਆ ਕਈ ਵਾਰੀ ਉਹ ਇੱਕ ਵਾਰ ਸਫਾਈ ਕਰਦੇ, 2-2 3-3 ਦਿਨ ਜ਼ਰੂਰਤ ਪੈਂਦੀ ਨਹੀਂ ਹੈ। ਬੱਚੇ ਹੋਸਟਲਾਂ 'ਚ ਗਏ ਨੇ, ਦੂਰ ਗਏ ਨੇ, ਹਸਬੈਂਡ ਵਾਈਫ ਦੋਨੋਂ ਘਰ ਹੈ, ਉਹ ਜਿਸ ਏਰੀਏ ਜਾਂਦੇ ਨੇ ਉੱਥੇ ਝਾੜੂ ਪੋਚਾ ਲਾਉਣ ਦੀ ਲੋੜ ਹੀ ਨਹੀਂ ਰੋਜ਼, ਉਹ 5-6 ਦਿਨਾਂ ਬਾਅਦ ਸਫਾਈ ਹੋ ਜਾਂਦੀ ਹੈ। ਪਰ ਜਿੱਥੇ ਤੁਹਾਨੂੰ ਪਤਾ ਹੈ ਵੀ ਇੱਥੇ ਤਾਂ ਰੋਜ਼ ਗੰਦਗੀ ਪੈਣੀ ਹੈ, ਇੱਥੇ ਪਲ ਪਲ 'ਤੇ ਵਕਾਰ ਤੁਹਾਡੇ ਨੂੰ, ਇੱਥੇ ਰੋਜ਼ ਲੜਨਾ ਪੈਣਾ ਹੈ। ਰੋਜ਼ ਬਾਣੀ ਪੜ੍ਹੋ, ਰੋਜ਼ ਸਹਿਜ ਪਾਠ ਕਰੋ, ਰੋਜ਼ ਆਪਣੇ ਆਪ ਨੂੰ ਗੁਰੂ ਦੀ ਬਾਣੀ ਨਾਲ ਸਮਝ ਕੇ ਵਿਚਾਰ ਕੇ। ਪਹਿਲੇ ਸਲੋਕ 'ਚ ਆਪਾਂ ਪੜ੍ਹ ਚੁੱਕੇ ਹਾਂ ਨਾ, ਫੱਬੇਗਾ ਹੀ ਤਾਂ ਤੂੰ। ਇਸ਼ਨਾਨ ਰੋਜ਼ ਕਰਦਾ ਨਾ, ਕੱਪੜੇ ਰੋਜ਼ ਚੇਂਜ ਕਰਦਾ, ਕੱਪੜੇ ਦਾ 2-2 ਤੇ ਕਈ ਵਾਰੀ ਕਈ ਗਰਮੀਆਂ 3-3 ਵਾਰ ਵੀ ਇਸ਼ਨਾਨ ਕਰਦੇ ਆ, 2-2 3-3 ਵਾਰ ਕੱਪੜੇ ਚੇਂਜ ਕਰਦੇ ਆ। ਉਦੋਂ ਨਹੀਂ ਕਦੀ ਕਿਹਾ ਵੀ ਇੱਕ ਵਾਰੀ ਨਹਾ ਲਿਆ ਥੋੜ੍ਹਾ, ਪਤਾ ਹੈ ਵੀ ਜ਼ਰੂਰਤ ਹੈ, ਮੈਂ ਨਹਾਵਾਂਗਾ ਫਰੈਸ਼ ਹੋ ਜਾਵਾਂਗਾ, ਨੀਂਦ ਵਧੀਆ ਆਏਗੀ। ਤਾਂ ਇੱਦਾਂ ਹੀ ਗੁਰੂ ਦੀ ਬਾਣੀ ਰੋਜ਼ ਨਿਤ ਨੇਮ, ਨਿਤ ਦਾ ਨੇਮ। ਇਹ ਨਿਤ ਦਾ ਨੇਮ ਇਕੱਲਾ ਬਾਣੀ 'ਤੇ ਹੈ ਕਿ ਨਿਤ ਦਾ ਨੇਮ ਖਾਣੇ 'ਤੇ ਵੀ ਹੈ? ਨਿਤ ਦਾ ਨੇਮ ਤੇ ਨਿਤ ਦਾ ਨੇਮ ਖਾਣਾ ਪਕਾਉਣਾ, ਨਿਤ ਦਾ ਨੇਮ ਪੜ੍ਹਾਈ ਕਰਨੀ, ਨਿਤ ਦਾ ਨੇਮ ਕੰਪਿਊਟਰ ਦੀ ਸਟੱਡੀ ਕਰਨੀ, ਨਿਤ ਦਾ ਨੇਮ ਕਾਲਜ ਜਾਣਾ, ਨਿਤ ਦਾ ਨੇਮ ਵਾਹੀ ਕਰਨੀ, ਨਿਤ ਦਾ ਨੇਮ ਆਪਣੇ ਆਫਿਸ ਵੀ ਜਾਣਾ। ਨਿਤ ਦਾ ਨੇਮ ਤੇ ਜਿੱਥੇ ਮਰਜ਼ੀ ਲਾ ਲਓ ਤੁਸੀਂ। ਜਿਹੜਾ ਨਿਤ ਨੇਮ ਸ਼ਬਦ ਹੈ ਇਹ ਜਿੱਥੇ ਮਰਜ਼ੀ ਲਾ ਲਓ ਤੁਸੀਂ, ਨਿਤ ਦਾ ਨੇਮ ਹੈ। ਜੇ ਨਿਤ ਦਾ ਨੇਮ ਇਹਨੂੰ ਤੁਸੀਂ ਬਾਕੀ ਕੰਮਾਂ ਨੂੰ ਨਿਤ ਦਾ ਨੇਮ ਬਣਾਇਆ ਹੈ, ਤੇ ਇੱਥੇ ਨਿਤ ਦਾ ਨੇਮ ਕੀ ਹੈ? ਰੋਜ਼ ਸਹਿਜ ਪਾਠ ਕਰਨਾ। ਭਾਵੇਂ ਇੱਕ ਸ਼ਬਦ ਰੋਜ਼ ਪੜ੍ਹੋ, ਅੱਧਾ ਰੋਜ਼ ਪੜ੍ਹੋ, ਥੋੜ੍ਹੀ ਸਮਝ ਕੇ ਪੜ੍ਹ ਲਓ। ਕਈ ਦੱਸਦੇ ਨੇ ਜੀ ਹੁਣ ਮੈਨੂੰ ਸਹਿਜ ਪਾਠ ਕੀਤੇ ਨੂੰ, ਆਰੰਭ ਕੀਤੇ ਨੂੰ ਸਾਲ ਹੋ ਗਿਆ, ਅਰਥਾਂ ਸਹਿਤ ਮੈਂ ਪੜ੍ਹਦਾ, ਪੁੱਛਣ ਦੀ ਲੋੜ ਨਹੀਂ। ਮੈਨੂੰ ਅੱਜ ਵੀ ਯਾਦ ਹੈ ਦੁਬਈ, ਇਹ 2000 ਮੇਰੇ ਖਿਆਲ 'ਚ 7-8 ਦੀਆਂ ਗੱਲਾਂ ਨੇ। ਉੱਥੇ ਇੱਕ ਵੀਰ ਮਿਲਿਆ ਸਾਨੂੰ, ਕਹਿੰਦਾ ਜੀ ਮੈਂ ਸਹਿਜ ਪਾਠ ਆਰੰਭ ਕਰਤਾ, ਹੁਣ ਰੋਜ਼ ਦੇ 2 ਅੰਕ, ਦਰਪਣ ਦੇ ਰੋਜ਼ 2 ਅੰਕ ਡੇਲੀ ਪੜ੍ਹ ਕੇ ਆਉਣਾ ਮੈਂ। ਕਹਿੰਦਾ ਫਿਰ ਮੈਂ ਇਕੱਲਾ ਨਹੀਂ ਪੜ੍ਹਦਾ, ਨਾਲ ਮੇਰੇ ਵੀਰ ਟੀਮ ਬਣੀ ਹੋਈ, ਅਸੀਂ ਰਲ ਕੇ ਪੜ੍ਹਦੇ ਹਾਂ। ਬੜਾ ਆਨੰਦ ਆਉਂਦਾ ਜੀ ਜਦੋਂ ਬਾਣੀ ਅਸੀਂ ਪੜ੍ਹਦੇ ਹਾਂ ਰਲ ਕੇ, ਉਹਦੇ ਅਰਥ ਪੜ੍ਹਦੇ ਹਾਂ। ਜਿਸ ਤੋਂ 'ਤੇ ਸਾਨੂੰ ਵਿਚਾਰ ਕਰਨੀ ਪਵੇ, ਅਸੀਂ ਰਲ ਕੇ ਡਿਸਕਸ ਕਰਦੇ ਹਾਂ, ਵਿਚਾਰ ਕਰਦੇ ਹਾਂ। ਫਿਰ ਇੱਦਾਂ ਕਹਿੰਦੇ ਨਹੀਂ ਬਾਣੀ ਦੀ ਆਹ ਅਰਥ ਆ, ਇੱਦਾਂ ਗੱਲ ਬਣਦੀ, ਗੁਰੂ ਸਾਹਿਬ ਆਹ ਕਹਿਣਾ ਚਾਹੁੰਦੇ ਆ। ਇਹੋ ਤੇ ਵਿਚਾਰ ਗੋਸ਼ਟੀਆਂ ਸੀ। ਕੋਈ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵ ਲਾਏ, ਹਰ ਨਾਮੈ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ। ਜੇ ਇੱਧਰ ਇਹ 5 ਵਕਾਰ ਰੋਜ਼ ਉਛਲ ਕੇ ਤੈਨੂੰ ਗਲਤ ਕੰਮ ਕਰਨ ਦੀ ਪ੍ਰੇਰਨਾ ਦਿੰਦੇ ਨੇ, ਤੇ ਤੈਨੂੰ ਗੁਣਾਂ ਦੀ ਫੌਜ ਵੀ ਤੇ ਬਰਾਬਰ ਤਿਆਰ ਕਰਨੀ ਪੈਣੀ ਹੈ ਨਾ। ਫੌਜ ਇੱਕ ਔਗੁਣਾਂ ਦੀ ਫੌਜ ਹੈ, ਗੁਣਾਂ ਦੀ ਫੌਜ ਹੈ। ਇਹਨੂੰ ਆਖਦੇ ਸੱਤ ਸੰਤੋਖ ਦੋਇ ਲਰਨੇ ਲਾਗਾ, ਤੋਰੇ ਦੋਇ ਦਰਵਾਜ਼ਾ, ਕਿਉਂ ਲੀਜਿਆ ਗੜ ਬੰਕਾ ਭਾਈ, ਸਰੀਰਕ ਕਿਲਾ ਹੈ। ਭਗਤ ਕਬੀਰ ਜੀ ਕਹਿੰਦੇ ਸਰੀਰਕ ਕਿਲਾ ਹੈ, ਕਿਉਂ ਲੀਜਿਆ ਗੜ ਬੰਕਾ ਭਾਈ, ਦੋਵਰ ਕੋਟ ਯਾਰ ਤੇਵਰ ਖਾਈ। ਇਹਦੇ ਬੰਨੇ ਦੋਵਰ ਕੋਟ ਆ ਤੇ ਤੇਵਰ ਖਾਈ ਹੈ। 2 ਵੱਡੀ ਇੱਕ ਬੜੀ ਕੰਧ ਹੈ, ਤੇ ਤੇਵਰ ਰਜਗੁਣ ਤਮਗੁਣ ਸਤਗੁਣ ਦੀ ਬਨੇ ਖਾਈ ਹੈ, ਤੇਵਰ ਖਾਈ। 5 25 ਮੋਹ ਮਦ ਮਦਸਰ। ਆਪਾਂ ਤਾਂ 5 ਵਕਾਰਾਂ ਦੀ ਗੱਲ ਕਰਦੇ ਹਾਂ, ਸ਼ਾਖ ਮੁਤਾਬਕ ਜਦੋਂ ਆਪਾਂ ਵੇਖਦੇ ਹਾਂ, ਤੇ 5 ਤੋਂ ਅੱਗੇ ਇਹਨਾਂ ਦਾ ਬਹੁਤ ਅਮਲਾ ਫੈਲਾ ਹੈ। 5 25 ਮੋਹ ਮਦ ਮਦਸਰ, ਆਡੀ ਪ੍ਰਬਲ ਮਾਇਆ, ਜਨ ਗਰੀਬ ਕੋ ਜੋਰ ਨਾ ਪਹੁੰਚੇ, ਕਹਾ ਕਰੋ ਰਗਰਾਇਆ, ਕਾਮ ਕਰੋ ਦੋਇ ਲਰਨੇ ਲਾਗਾ, ਤੋਰੇ ਦੋਇ ਦਰਵਾਜ਼ਾ। ਹੁਣ ਜਿਹੜੇ ਸ਼ਬਦ ਕਿਉਂ ਵਰਤੇ ਸੀ ਭਲਾ? ਕ੍ਰੋਧ ਪ੍ਰਧਾਨ ਮਹਾਬੜ ਦੁੰਤਰ, ਤੈ ਮਨ ਮਵਾਸੀ ਰਾਜਾ, ਸਵਾਦ ਸਨਾ ਟੋ ਮਮਤਾ ਕੋ, ਕਬੁੱਧ ਕਮਾਨ ਚੜਾਈ। ਹੁਣ ਇੱਥੇ ਸਾਰੇ ਸਵਾਦ ਸਨਾ, ਕਬੁੱਧ ਕਮਾਨ ਚੜਾਈ, ਤੇ ਇੱਧਰ ਹੁਣ ਜਦੋਂ ਗੁਰੂ ਦੇ ਕੋਲੋਂ ਥਾਪੜਾ ਲੈ ਕੇ ਗੁਣਾਂ ਦੀ ਫੌਜ ਤਿਆਰ ਕਰਨੀ ਹੈ। 7 ਸੰਤੋਖ ਲਰਨੇ ਲਾਗਾ, ਇੱਧਰੋਂ 7 ਸੰਤੋਖ ਲੈ ਕੇ ਤੇ ਆਪਣੀ ਗੁਣਾਂ ਦੀ ਫੌਜ ਤਿਆਰ। ਤੋਰੇ ਦੋਏ ਦਰਵਾਜ਼ਾ, ਉਹ ਜਿਹੜੇ ਦੁੱਖ ਸੁੱਖ ਦੇ ਦਰਵਾਜ਼ੇ ਸੀ ਤੋੜ ਦਿੱਤੇ। ਤੋਰੇ ਦੋਏ ਦਰਵਾਜ਼ਾ, ਸਾਧ ਸੰਗਤ ਅਰ ਗੁਰ ਕੀ ਕਿਰਪਾ ਤੇ ਪਕੜੇ ਗੜ ਕੋ ਰਾਜਾ। ਪ੍ਰੇਮ ਪਲੀਤਾ ਸੁਰਤ ਹਵਾਈ, ਗੋਲਾ ਗਿਆਨ ਚਲਾਇਆ, ਬ੍ਰਹਮ ਅਗਨ ਸਹਿਜੇ ਪ੍ਰਜਾਲੀ, ਇੱਕੇ ਚੋਟ ਸਜਾਇਆ, ਇੱਕੇ ਚੋਟ ਨਾਲ ਹੀ ਕਿਲਾ ਸਰ ਕਰ ਲਿਆ। ਆ ਹੈ ਜਿਤਨਾ ਇਸ ਕਿਲੇ ਤੱਕ ਪਹੁੰਚਣ ਲਈ ਤੈਨੂੰ ਕਿੰਨੀਆਂ ਦੀਵਾਰਾਂ ਟੱਪਣੀਆਂ ਪੈਣੀਆਂ ਨੇ, ਫਿਰ ਜਾ ਕੇ ਤੇਰੀ ਜ਼ਿੰਦਗੀ ਆਨੰਦ ਨਾਲ ਭਰੇਗੀ। ਫਿਰ ਜਾ ਕੇ ਉੱਥੇ ਪਹੁੰਚੇਗਾ, ਅਬ ਤੋਂ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਇੱਕ ਪਹਿ ਕੋਈ ਨਾ ਸਕੈ, ਪਛਾਣੀ ਵਾਲੀ ਗੱਲ ਹੋਏਗੀ। ਇਹ ਹੈ ਰੋਜ਼ ਜੰਗ ਕਰਨੀ। ਠਾਕੁਰ ਗਾਈਏ ਆਤਮ ਰੰਗ, ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਹੀਅਤ ਹੈ ਸੂਰਾ। ਉਹ ਹੈ ਸੂਰਮਾ ਜਿਹਨੂੰ ਹਰੀ ਦਾ ਰੰਗ ਲੱਗ ਗਿਆ।
चाको हर रंग लागो इस जुग में, सो कहियत है सूरा, आत्म जिणै सगल वस तांकै, जाका सतगुर पूरा। ठाकुर गाइए आत्म रंग, शरणी पावन नाम ते आवन, सह समावन संग। रोज़ चंगे काम करन दी प्रेरणा अपनी जिंदगी च आप लैनी चाहिए। रोज़ अपनी जिंदगी सवेर तो लैके शाम तक कमां दी गिनती करो, अज मैं किन्ने चंगे काम कीते ने, किन्ना मैं चंगा सोचया है। ये भी नित का नेम है। रोज़ अपनी जिंदगी नाल जोड़ घटाओ करो, नित का नेम बना लो। पूरे सवेर तो लैके शाम तक एक बन्ने इदां लैन खिंच के लिखो, अज चंगे काम किन्ने कीते ते माड़े किन्ने कीते। जे माड़ियां दी गिनती वध रही है ना, तो कल तो कोशिश करो भी इधर गिनती चंगे कामां वाले बन्ने गिनती वधनी चाहिए है, तो माड़े कामां वाले बन्ने गिनती घटनी चाहिए है। ज्यों ज्यों चंगे कामां वाले बन्ने गिनती बढ़ती जाऊ, माड़ियां दी गिनती घटती जाऊ, तुसीं वेखिओ उन्ना ही जीवन आनंद नाल भरदा जाएगा। तो इंज लगू जिवें मेरा गुरु बांह फड़ के मैनूं ना हुण आप ही बाहर कढ रहा। हुण मैनूं लोभ लहर अत निजर बाजे, काया डूबे केसवा, संसार समुंदे तारक बंदे, तार ले बाप बीठला वाली गल हो जाएगी। मोहे अजान, मैं अजान हाँ, मैनूं तरना नहीं आउंदा, मैनूं आप बाहर कढो, मैं पार लंघना चाहुंदा। तो इत्थे पातशाह जी कहंदे पतत उदाहरण पार ब्रह्म, समरथ पुरख अपार, जिसे उधारे जिसे उधारे नानका। हे गुरु साहब जी कहते, हे नानक जी आखो जिसे उधारे नानका, जेड़े उधर जाते हैं, जेड़े विषयां विकारां तो बच जाते हैं, सो सिमरे सिरजणहार, वो सिमरते हैं। सिमरन वाला ही उधरदा। तो सिमरन का अर्थ की इत्थे भला, रोज़ अपनी जिंदगी च रब्बी गुणां नूं लैके जीवन जिउणा, तो जिउणा ही जिंदगी का मकसद है प्यारिओ। इहो बाणी सानूं बार बार सिखाउंदी है कि अपनी जिंदगी नूं कामयाब किद्दां करना है, अपनी जिंदगी नूं खूबसूरत किद्दां बनाउणा है। कई बारी सोचीदा है साडी जिंदगी च किड्डा वड्डा परोपकार साडे गुरु पातशाह जी ने कीता है, सानूं किड्डा प्यारा खजाना दिता है। रोज़ लोग ना चंगियां विचारां नूं तरसदे पए ने। अज लोग जाके सैमीनार अटेंड करते पे ने, लोग हज़ारां लखां रुपया क्लासां लाउण दा दे रहे हैं कि मैनूं कोई चंगे विचार देवे। साडे सराहने पिया सारा कुछ, जाके वेखो तुसीं जिहड़े लोग क्लासां अटेंड करते पे ने, कोई बाहर नहीं। मैं कई गोरियां दीयां किताबां पढ़ के वेखियां, इंज लगदा कि जिहड़े गोरियां ने अज तो 150 150 साल पहलां किताबां लिखियां ना मन बारे, इंज लगदा यार किन्ना बाणी दे नेड़े लिखियां ने उन्होंने। इहदा मतलब कि उन्होंने बाणी पढ़ी है नहीं पाई, खेड़ सारी इक्को जी आ, जिन्हों जिथों ही समझ आ गई। क्योंकि जगत जलंदा रख ले अपनी कृपा तार, जित द्वारे उभरे तित्ते लिहो बार। देखो जो ध्यान ना समझोगे ना, जो आप भाई गुरदास जी का एक बचन पढ़ते भी, जाहर पीर जगत गुर बाबा, जगत का बाबा क्यों आख्या गुरु नानक साहब नूं? क्योंकि बाबे ने मन की गल की, तो मन दुनिया के हर मनुख के कोल हैगा, जिहदे कोल भी मन है बाबा उहदा कुछ ना कुछ लगता है। सीधी गल है, जो कोई मन है तो मन के उत्ते जिड्डी वड्डी चर्चा गुरु ग्रंथ साहिब च है। मन के हर विषय को टच किया है। ये मन शक्ति आ, ये मन सीओ, ये मन पंच तत्व को जियो, ये मन ले जो उन मन रहे, तो 3 लोग की बातें कहे। जिन्होंने इस अपने अवचेतन मन नाल गल कर ली, वो तो फिर इदां तुरदे पाई। वो तो कहते सोच के गए पहले इदां होएगा। अवचेतन मन नूं गलत कम्मे लाया ही नहीं। तुसीं अपने अवचेतन मन नूं गलत कम्मे ला के वेख लो, उधर ही तुर पैंदा। ਜਦੋਂ ਤੁਸੀਂ कोई चीज़ ਲੱਭਣੀ ਹੋਵੇ ਤੁਹਾਨੂੰ उधर ला ਦਿੰਦਾ है ना। आ तो हुण चीज़ां आईयां ने कि तुसीं आपस ਵਿੱਚ ਗੱਲਾਂ ਬਾਤਾਂ ਕਰਦੇ ਹੋ ਤਾਂ ਗੂਗਲ ਤੁਹਾਡੀ ਸਾਰੀ ਰਿਪੋਰਟ ਪਹੁੰਚਾਉਂਦਾ ਹੈ कि ਇਹਨੂੰ ਹੁਣ ਆਹ ਚੀਜ਼ ਚਾਹੀਦੀ, ਉਹੋ ਜਿਹੀ ਐਡ ਤੁਹਾਡੇ ਸਾਹਮਣੇ ਲੈ ਕੇ ਇਹ ਤੇ ਹੁਣ ਆਈਆਂ ਨੇ। ਬੰਦੇ ਦੇ ਕੋਲ ਤੇ ਪਹਿਲਾਂ ਦੀਆਂ ਨੇ। ਤੁਸੀਂ ਇੱਕ ਵਾਰ ਉਹ ਸੰਕਲਪ ਲੈ ਕੇ ਆਉਂਦੇ, ਮਨ ਤੁਹਾਨੂੰ ਬਾਰ-ਬਾਰ ਹੀ ਉਹ ਵਿਚਾਰਾਂ ਲੈ ਕੇ ਆਉਂਦਾ ਕਿ ਤੁਹਾਡੇ ਸਾਹਮਣੇ ਲੈ ਕੇ। ਤੁਸੀਂ ਇੱਕ ਵਾਰ ਗਲਤ ਸੋਚਦੇ ਹੋ, ਤੁਹਾਨੂੰ ਮਨ ਉਹਦੇ ਤੇ ਲਈ ਆਉਂਦਾ ਵੀ ਆ ਜਾ ਆ ਜਾ ਆ ਜਾ ਆ ਜਾ, ਇੱਦਾਂ ਹੋਏਗਾ। ਉਹ ਕਹਿੰਦਾ ਆ ਜਾ, ਮੈਂ ਤਾਂ ਨਿਰਵੈਰ ਹਾਂ, ਕਿਹੜੇ ਕੰਮ ਲਾਉਣਾ ਮੈਨੂੰ ਥੋੜ੍ਹਾ ਪਤਾ, ਤੇਰੀ ਮਰਜ਼ੀ ਹੈ। ਤੇ ਮੈਨੂੰ ਇਹ ਕਹਿ ਬੰਦਾ ਬਹੁਤ ਵਧੀਆ ਹੈ। ਤੁਹਾਡੇ ਅਵਚੇਤਨ ਮਨ ਨੇ ਤੁਹਾਨੂੰ ਚੰਗੀਆਂ ਗੱਲਾਂ ਕੱਢ ਕੇ ਲਿਆ ਕੇ ਦੇਣੀ ਵੀ ਇਹ ਇੱਥੇ ਵੀ ਵਧੀਆ ਸੀ, ਇੱਥੇ ਵੀ ਵਧੀਆ ਸੀ, ਇਹਨੇ ਆ ਵੀ ਤੇਰੇ ਨਾਲ ਪਰਉਪਕਾਰ ਕੀਤਾ, ਆ ਵੀ ਪਰਉਪਕਾਰ ਕੀਤਾ। ਤੁਸੀਂ ਆਪਣੇ ਅਵਚੇਤਨ ਮਨ ਨੂੰ ਇਹ ਕਹਿ ਦਿਓ ਇਹ ਬੰਦਾ ਬਹੁਤ ਨੈਗੇਟਿਵ, ਬਹੁਤ ਮਾੜਾ ਹੈ, ਇਹ ਤਾਂ ਬੁਰਾ ਬੰਦਾ ਹੈ। ਇਹਨੇ ਤੁਹਾਨੂੰ ਸਾਰੇ ਨੈਗੇਟਿਵ ਵਿਚਾਰ ਕੱਢ ਕੇ ਲਿਆ ਦੇਣੇ ਆ। ਇਹਨੇ ਤੇਰੇ ਨਾਲ ਇੱਥੇ ਵੀ ਧੋਖਾ ਕੀਤਾ ਸੀ, ਇਹਨੇ ਤੁਹਾਨੂੰ ਇੱਥੇ ਵੀ ਧੋਖਾ ਕੀਤਾ ਸੀ, ਇਹਨੇ ਤੇਰੇ ਨਾਲ ਇੱਥੇ ਵੀ ਬੁਰਾ ਕੀਤਾ ਸੀ। ਕਿਉਂਕਿ ਇਹ ਤਾਂ ਨਿਰਵੈਰ ਹੈ, ਇਹ ਸੌਂਦਾ ਥੋੜ੍ਹਾ ਕਦੀ। ਬੜਾ ਸੁਚੇਤ ਮਨ ਉਹ ਸਾਡੇ ਨਾਲ ਰਾਤ ਨੂੰ ਸੌਂ ਜਾਂਦਾ, ਪਰ ਅਵਚੇਤਨ ਮਨ ਨਹੀਂ ਸੌਂਦਾ। ਇਹਨੂੰ ਤੁਸੀਂ ਰਾਤ ਨੂੰ ਕਹਿ ਕੇ ਸੌਂ, ਉਹੋ ਜਿਹਾ ਇਹ ਤਾਂ ਸਾਰੀ ਰਾਤ ਵਰਕ ਕਰਦਾ, ਸਾਰੀ ਰਾਤ ਵਰਕ ਕਰਦਾ। ਜਦੋਂ ਸਾਨੂੰ ਇਹਨਾਂ ਗੱਲਾਂ ਦੀ ਸਮਝ ਆ ਗਈ, ਅਸੀਂ ਬੜੇ ਸੁਖੀ ਹੋ ਜਾਣਾ। ਇਸੇ ਕਰਕੇ ਤੇ ਬੰਦਿਆ ਤੂੰ ਬੜਾ ਵੱਡਾ ਅਮੀਰ ਹੈ, ਤੇਰੇ ਕੋਲ ਏਡਾ ਵੱਡਾ ਖਜ਼ਾਨਾ ਸਤਿਗੁਰ ਨੇ ਬਖਸ਼ਿਸ਼ ਕੀਤਾ। ਆਓ ਆਪਣੇ
ਗੁਰੂ ਦੀ ਪਾਵਨ ਸਿੱਖਿਆ ਨੂੰ ਸਮਝ ਕੇ ਅਸੀਂ ਵਿਸ਼ਿਆਂ ਵਕਾਰਾਂ ਵਾਲਾ ਜੀਵਨ ਛੱਡ ਕੇ ਸੱਚ ਦੇ ਰਸਤੇ ਤੇ ਤੁਰ ਕੇ ਆਪਣੇ ਜੀਵਨ ਨੂੰ ਖੂਬਸੂਰਤ ਬਣਾਉਣ ਦਾ ਯਤਨ ਕਰੀਏ। ਇਹੋ ਸਾਡੀ ਜ਼ਿੰਦਗੀ ਦੀ ਅਸਲੀ ਜੰਗ ਹੈ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਰੋਜ਼ ਲੜਨਾ ਸਿੱਖੀਏ। ਰੋਜ਼ ਆਪਣੀ ਜ਼ਿੰਦਗੀ 'ਚ ਵਕਾਰਾਂ ਨਾਲ ਜੰਗ ਕਰਾਂਗੇ ਤੇ ਜ਼ਿੰਦਗੀ ਖੁਸ਼ਹਾਲ ਹੋਗੀ। ਨਿਤ ਦਾ ਨੇਮ ਬਣਾ ਲਈਏ। ਅਭਿਆਸ ਤੋਂ ਬਿਨਾਂ ਵਿਦਿਆ ਜ਼ਹਿਰ ਬਣ ਜਾਂਦੀ ਹੈ। ਰੋਜ਼ ਆਪਣੀ ਜ਼ਿੰਦਗੀ ਦਾ ਅਭਿਆਸ ਕਰੀਏ ਕਿ ਗੁਣ ਗ੍ਰਹਿਣ ਕਰਨੇ ਆ ਤੇ ਔਗੁਣਾਂ ਦਾ ਆਪਣੀ ਜ਼ਿੰਦਗੀ 'ਚੋਂ ਤਿਆਗ ਕਰਨਾ ਹੈ। ਇਹ 15 ਨੰਬਰ ਸਲੋਕ ਹੈ ਜੀ, ਸਲੋਕ ਵਾਰਾਂ ਤੇ ਵਧੀਕ ਬਾਣੀ ਦਾ। ਲੜੀਵਾਰ ਵਿਚਾਰ ਚੱਲ ਰਹੀ ਹੈ। ਕੁੱਲ ਗੁਰੂ ਅਰਜਨ ਸਾਹਿਬ ਜੀ ਦੇ 22 ਸਲੋਕ ਨੇ। ਆਪਾਂ ਇਹਨਾਂ ਸਲੋਕਾਂ ਤੋਂ ਬਾਅਦ 9ਵੇਂ ਪਾਤਸ਼ਾਹੀ ਦੇ ਪਾਵਨ ਸਲੋਕਾਂ ਦੇ ਵਿਚਾਰ ਆਰੰਭ ਕਰਾਂਗੇ। ਆਓ ਸਾਰੇ ਰਲ ਮਿਲ ਕੇ ਆਪਾਂ ਬਾਣੀ ਦੇ ਵਿਚਾਰ ਇੱਦਾਂ ਕਰਦੇ ਜਾਈਏ, ਗੁਰੂ ਦੇ ਪਾਵਨ ਉਪਦੇਸ਼ ਸਮਝਦੇ ਜਾਈਏ ਜੋ ਸਾਡੇ ਵਾਸਤੇ ਗੁਰੂ ਸਾਹਿਬ ਨੇ ਮੋਤੀ ਪਰੋਏ ਨੇ। ਸਾਰਿਆਂ ਦਾ ਧੰਨਵਾਦ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।